ਗੁੱਡ ਮਾਰਨਿੰਗ ਸਟੂਡੈਂਟਸ। ਅਸੀਂ ਆਪਣੇ ਪਿਛਲੇ ਲੈਸਨ ਦੇ ਵਿੱਚ ਟੈਲੀਵਿਜ਼ਨ ਪੋਇਮ ਦੀ ਪੈਰਾਫਰੇਜ਼ ਤੇ ਐਕਸਪਲੇਨੇਸ਼ਨ ਕੀਤੀ ਸੀ। ਇਹ ਪੋਇਮ ਰੁਆਲ ਦਾਲ ਨੇ ਲਿਖੀ ਹੋਈ ਹੈ। ਅੱਜ ਅਸੀਂ ਇਸ ਦੀਆਂ ਐਕਸਰਸਾਈਜ਼ਸ ਕਰਾਂਗੇ। ਤਾਂ ਬੱਚਿਓ, ਐਕਸਰਸਾਈਜ਼ਸ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰੂੰਗਾ ਕਿ ਤੁਸੀਂ ਪਹਿਲਾਂ ਜੋ ਮੈਂ ਤੁਹਾਨੂੰ ਟੈਲੀਵਿਜ਼ਨ ਪੋਇਮ ਦੀ ਪੂਰੀ ਪੈਰਾਫਰੇਜ਼ ਤੇ ਐਕਸਪਲੇਨੇਸ਼ਨ ਬਹੁਤ ਹੀ ਈਜ਼ੀ ਲੈਂਗੁਏਜ ਦੇ ਵਿੱਚ ਸਮਝਾਈ ਹੈ, ਉਹ ਤੁਸੀਂ ਪਿਛਲੇ ਲੈਕਚਰ ਤੇ ਜਾ ਕੇ ਦੇਖੋ। ਇਸ ਦਾ ਲਿੰਕ ਉੱਪਰ ਤੁਹਾਨੂੰ ਸ਼ੋ ਹੋ ਰਿਹਾ ਹੈ। ਇਹ ਲਿੰਕ ਤੇ ਜਾ ਕੇ ਤੁਸੀਂ ਇਹ ਸਾਰੀ ਪੋਇਮ ਨੂੰ ਸਮਝ ਸਕਦੇ ਹੋ, ਕਿਉਂਕਿ ਉਸ ਤੋਂ ਬਾਅਦ ਐਕਸਰਸਾਈਜ਼ ਕਰਨ ਦਾ ਫਾਇਦਾ ਹੈ। ਪਰ ਜਿਨ੍ਹਾਂ ਨੇ ਇਹ ਸਾਰਾ ਜੋ ਮੇਰਾ ਪਿਛਲਾ ਲੈਸਨ ਸੁਣਿਆ ਹੈ, ਉਹਨਾਂ ਲਈ ਇਹ ਲੈਸਨ ਹੈ, ਤਾਂ ਉਹ ਇਸ ਨੂੰ ਕੰਟੀਨਿਊ ਕਰ ਸਕਦੇ ਹਨ। ਤਾਂ ਪਹਿਲੀ ਐਕਸਰਸਾਈਜ਼ ਦੇ ਵਿੱਚ ਤੁਹਾਡੇ 7 ਕੁਐਸਚਨਸ ਨੇ ਜੀ। ਦੇਰ ਆਰ 7 ਕੁਐਸਚਨਸ ਜਿਨ੍ਹਾਂ ਦੇ ਬੜੇ ਹੀ ਸਿੰਪਲ ਆਨਸਰਸ ਨੇ, ਤਾਂ ਇਹ ਤੁਸੀਂ ਦੇਣੇ ਨੇ। ਅਸੀਂ ਇਹਨਾਂ ਨੂੰ ਸਟਾਰਟ ਕਰਦੇ ਹਾਂ। ਤਾਂ ਪਹਿਲਾ ਕੁਐਸਚਨ ਹੈ ਕਿ ਵਾਈ ਡਜ਼ ਦਾ ਪੋਇਟ ਨੋਟ ਵਾਂਟ ਟੂ ਲੈਟ ਦਾ ਚਿਲਡਰਨ ਗੋ ਨੀਅਰ ਦਾ ਟੈਲੀਵਿਜ਼ਨ। ਕਿ ਜਿਹੜਾ ਕਵੀ ਹੈ ਉਹ ਕਿਉਂ ਨਹੀਂ ਚਾਹੁੰਦਾ, ਡੂ ਨੋਟ ਵਾਂਟ ਪੁਆਇੰਟ ਜਿਹੜਾ ਡਜ਼ ਨੋਟ ਵਾਂਟ, ਇਹ ਕਿਉਂ ਨਹੀਂ ਚਾਹੁੰਦਾ ਕਿ ਜਿਹੜੇ ਚਿਲਡਰਨ ਹੈ, ਬੱਚੇ, ਉਹ ਟੈਲੀਵਿਜ਼ਨ ਸੈੱਟ ਦੇ ਨੇੜੇ ਜਾਣ। ਤਾਂ ਬੇਟਾ ਅਸੀਂ ਇਹ ਪੋਇਮ ਦੇ ਵਿੱਚ ਪੜ੍ਹਿਆ ਕਿ ਉਸਨੇ ਬਹੁਤ ਸਾਰੇ ਨਾਵਾਂ ਦੇ ਨਾਲ ਟੀਵੀ ਨੂੰ ਮਤਲਬ ਕੋਸਿਆ ਹੈ। ਉਸਨੇ ਇਸ ਨੂੰ ਇਡੀਓਟਿਕ ਥਿੰਗ ਕਿਹਾ ਹੈ, ਮੌਨਸਟਰ ਕਿਹਾ ਹੈ, ਘਾਸਲੀ ਜੰਗ ਕਿਹਾ ਹੈ। ਤਾਂ ਬਹੁਤ ਸਾਰੇ ਮਤਲਬ ਗਲਤ ਨਾਮ ਉਸਨੇ ਟੀਵੀ ਨੂੰ ਦਿੱਤੇ ਨੇ, ਹਾਲਾਂਕਿ ਹੈ ਸਹੀ ਨੇ ਉਹ। ਤੇ ਕਿਉਂਕਿ ਉਹ ਸੋਚਦਾ ਹੈ ਕਿ ਜਿਹੜਾ ਟੈਲੀਵਿਜ਼ਨ ਹੈ ਉਹ ਇੱਕ ਬੁਰੀ ਚੀਜ਼ ਹੈ। ਤਾਂ ਅਸੀਂ ਇਹੀ ਲਿਖਦੇ ਹਾਂ। ਮੈਂ ਲਿਖਣ ਦੀ ਕੋਸ਼ਿਸ਼ ਕਰਦਾ, ਤੁਸੀਂ ਆਨਸਰ ਨੂੰ ਸਮਝ ਕੇ ਆਪਣੀਆਂ ਫੇਅਰ ਨੋਟਬੁੱਕ 'ਤੇ ਉਤਾਰ ਲੈਣਾ ਹੈ। ਮੈਂ ਇਸ ਦੇ ਨਾਲ ਹੀ ਲਿਖ ਰਿਹਾ। The poet thinks that television is an evil thing. ਇਹ ਇੱਕ ਬੁਰੀ ਚੀਜ਼ ਹੈ। ਓਕੇ, ਇਹ ਸਾਡੀ ਪਹਿਲੀ ਲਾਈਨ। ਤੇ ਇੱਕ ਆਪਾਂ ਨਾਲ ਹੋਰ ਲਿਖ ਦਿੰਦੇ ਆ ਕਿ it has bad effect on the children. ਤਾਂ ਚਿਲਡਰਨ ਤੇ ਬੈਡ ਇਫੈਕਟ ਪਾਉਂਦਾ ਜੀ, ਤੇ ਟੈਲੀਵਿਜ਼ਨ ਇੱਕ ਬੁਰੀ ਚੀਜ਼ ਹੈ। ਇਵਲ ਥਿੰਗ ਦਾ ਮਤਲਬ ਕੀ ਹੁੰਦਾ ਜੀ? ਬੁਰੀ ਚੀਜ਼। ਤਾਂ ਇਸ ਦਾ ਮਤਲਬ ਬੁਰੀ ਚੀਜ਼। ਤਾਂ ਇਹ ਸਾਡਾ ਪਹਿਲਾ ਆਨਸਰ ਹੋ ਗਿਆ। ਫਿਰ ਸੈਕਿੰਡ ਕੁਐਸਚਨ ਵੱਲ ਵਧਦੇ ਹਾਂ। ਕਹਿੰਦੇ ਹੀ ਗਿਵਸ ਅ ਸਟਿਲ ਬੈਟਰ ਆਪਸ਼ਨ। ਆਪਸ਼ਨ ਦਾ ਮਤਲਬ ਹੁੰਦਾ ਹੈ ਇੱਕ ਵਿਕਲਪ, ਕਿ ਉਹ ਇਸ ਤੋਂ ਇੱਕ ਬੈਟਰ ਵਿਕਲਪ ਦਿੰਦਾ ਹੈ, ਇੱਕ ਵਧੀਆ ਵਿਕਲਪ। ਵਿਕਲਪ ਦਾ ਮਤਲਬ ਕਿ ਆਪਾਂ ਕੋਈ ਹੋਰ ਚੀਜ਼ ਕੀ ਕਰ ਸਕਦੇ ਹਾਂ, ਤਾਂ ਇੱਕ ਬੈਟਰ ਵਿਕਲਪ, ਬੈਟਰ ਆਪਸ਼ਨ ਦਿੰਦਾ ਹੈ। ਵਾਟ ਇਜ਼ ਇਟ? ਉਹ ਹੈ ਕੀ ਹੈ? ਉਹ ਕਿਹੜਾ ਵਿਕਲਪ ਦਿੰਦਾ ਹੈ? ਤਾਂ ਸਾਨੇ ਸਾਰੀ ਪੋਇਮ ਪੜ੍ਹੀ ਆ। ਉਹ ਕਹਿੰਦਾ ਜੀ ਕਿ ਜਿਹੜੇ ਬੱਚਿਆਂ ਦੇ ਰੂਮਸ ਨੇ ਉਹ ਬੁੱਕਸ ਦੇ ਨਾਲ ਭਰੇ ਹੋਣੇ ਚਾਹੀਦੇ ਨੇ, ਟੀਵੀ ਦੇ ਨਾਲ ਨਹੀਂ। ਤਾਂ ਅਸੀਂ ਆਨਸਰ ਉਹੀ ਲਿਖਦੇ ਹਾਂ, the rooms should be filled with books। ਤਾਂ ਇਹ ਬੈਟਰ ਵਿਕਲਪ ਦਿੰਦਾ ਉਹ, ਕਿ ਟੀਵੀ ਦੀ ਥਾਂ ਤੇ ਜਿਹੜੇ ਰੂਮਸ ਨੇ ਬੁੱਕਸ ਦੇ ਨਾਲ ਭਰੇ ਹੋਣੇ ਚਾਹੀਦੇ ਨੇ। ਆਪਾਂ ਪੋਇਮ ਦੇ ਵਿੱਚ ਪੜ੍ਹਿਆ ਹੈ ਕਿ ਕਿੰਨੀਆਂ ਸਾਰੀਆਂ ਬੁੱਕਸ ਪੜ੍ਹਨ ਲਈ ਵੇਟ ਕਰ ਰਹੀਆਂ ਨੇ। ਉਹ ਪਰਸੋਨੀਫਾਈ ਕਰਦਾ ਬੁੱਕਸ ਨੂੰ ਕਿ ਬੈੱਡ ਤੇ ਪਈਆਂ ਨੇ, ਬੈੱਡ ਦੇ ਨਾਲ ਪਈਆਂ ਨੇ। ਕਿੰਨੀਆਂ ਸਾਰੀਆਂ ਬੁੱਕਸ ਦਾ ਉਹ ਨਾਮ ਵੀ ਲੈਂਦਾ ਹੈ। ਤੇ ਇਹ ਵਾਲੀ ਜਿਹੜੀ ਲਾਈਨ ਹੈ ਆਪਾਂ ਉੱਥੋਂ ਹੀ ਲਈ ਹੈ। ਥਰਡ ਕੁਐਸਚਨ ਹੈ ਕਿ ਹਾਊ ਡਜ਼ ਦਾ ਟੈਲੀਵਿਜ਼ਨ ਹਿਪਨੋਟਾਈਜ਼ ਦਾ ਚਿਲਡਰਨ। ਕਿ ਜਿਹੜਾ ਟੈਲੀਵਿਜ਼ਨ ਹੈ ਉਹ ਬੱਚਿਆਂ ਨੂੰ ਸਮੋਹਿਤ ਕਿਵੇਂ ਕਰਦਾ। ਮੈਂ ਤੁਹਾਨੂੰ ਐਗਜ਼ਾਮਪਲ ਦੇ ਕੇ ਦੱਸੀ ਸੀ ਕਿ ਜਿਸ ਤਰ੍ਹਾਂ ਜਿਹੜੇ ਬਾਬੇ ਲੋਕ ਹੁੰਦੇ ਨੇ ਉਹ ਬੱਚਿਆਂ ਨੂੰ ਜਾਂ ਹੋਰ ਵੱਡਿਆਂ ਬੰਦਿਆਂ ਨੂੰ ਵੀ ਸਮੋਹਿਤ ਕਰਦੇ ਨੇ, ਤਾਂ ਟੈਲੀਵਿਜ਼ਨ ਕਿਵੇਂ ਕਰਦਾ। ਦੇਖੋ ਬੱਚਿਓ, ਜਦੋਂ ਤੁਸੀਂ ਇੱਕ ਚੀਜ਼ ਨੂੰ ਟਿਕਟਿਕੀ ਲਾ ਕੇ ਦੇਖਦੇ ਰਹੋਗੇ ਤਾਂ ਆਪਣੇ ਆਪ ਹੀ ਤੁਸੀਂ ਸਮੋਹਿਤ ਹੋ ਜਾਓਗੇ। ਹੁਣ ਬੱਚਾ ਇੱਕ ਟਿਕਟਿਕੀ ਲਾ ਕੇ ਟੈਲੀਵਿਜ਼ਨ ਨੂੰ ਦੇਖ ਰਿਹਾ, ਉਸਦੀ ਮੰਮੀ ਉਹਨੂੰ ਆਵਾਜ਼ਾਂ ਮਾਰ ਰਹੀ ਹੈ, ਬੱਚੇ ਖਾਣਾ ਖਾ ਲੈ, ਬੱਚੇ ਆਹ ਕੰਮ ਕਰ ਲੈ, ਉਹਨੂੰ ਸੁਣ ਹੀ ਨਹੀਂ ਰਿਹਾ। ਉਹਨੂੰ ਆਪਣੀ ਮਾਂ ਦੀ, ਆਪਣੇ ਪਿਓ ਦੀ ਕੋਈ ਆਵਾਜ਼ ਨਹੀਂ ਸੁਣ ਰਹੀ। ਉਹ ਸਮੋਹਿਤ ਹੋ ਗਿਆ ਕਿਉਂਕਿ ਟੈਲੀਵਿਜ਼ਨ ਨੇ ਉਹਨੂੰ ਸਮੋਹਿਤ ਕਰ ਲਿਆ, ਕਿਉਂਕਿ ਉਹ ਟਿਕਟਿਕੀ ਲਗਾ ਕੇ ਦੇਖ ਰਿਹਾ। ਤਾਂ ਇਹਦਾ ਆਨਸਰ ਇਹ ਹੈ ਜੀ, the children are hypnotized। ਮੈਂ ਲਿਖ ਦੇਣਾ ਇਸ ਨੂੰ, the children are hypnotized। ਆਪਾਂ ਇੱਥੇ verb use ਕਰ ਲਈ, hypnotized
if they stare stare at the television for a long time। ਤਾਂ ਕਲੀਅਰ ਹੋ ਗਿਆ ਜੀ ਕਿ ਬੱਚੇ ਜਿਹੜੇ ਹਿਪਨੋਟਾਈਜ਼ਡ ਹੋ ਜਾਂਦੇ ਨੇ ਜੇਕਰ ਉਹ ਟੈਲੀਵਿਜ਼ਨ ਵੱਲ ਟਿਕਟਿਕੀ ਲਗਾ ਕੇ ਦੇਖਦੇ ਨੇ। ਸਟੇਅਰ ਦਾ ਮਤਲਬ ਘੂਰ ਕੇ ਵੇਖਦੇ ਹੀ ਰਹਿੰਦੇ ਨੇ ਫॉर ਅ ਲੌਂਗ ਟਾਈਮ, ਜ਼ਿਆਦਾ ਟਾਈਮ ਤੱਕ। ਕੁਐਸਚਨ ਨੰਬਰ 4 ਹੈ ਜੀ, ਮੈਂਸ਼ਨ ਐਨੀ 3 ਡੈਮੇजेस ਡਨ ਇਫ ਵਨ ਗੋਜ਼ ਔਨ ਵਾਚਿੰਗ ਟੈਲੀਵਿਜ਼ਨ। ਜੇਕਰ ਇੱਕ ਬੱਚਾ ਹੈ ਉਹ ਟੈਲੀਵਿਜ਼ਨ ਨੂੰ ਬਾਰ-ਬਾਰ ਦੇਖੀ ਜਾਂਦਾ ਹੈ ਤਾਂ 3 ਜਿਹੜੇ ਡੈਮੇਜ ਹੁੰਦੇ ਆ ਉਸ ਤੇ। ਡੈਮੇजेस ਦਾ ਮਤਲਬ ਨੁਕਸਾਨ, ਠੀਕ ਹੈ। 3 ਡੈਮੇजेस, 3 ਡੈਮੇਜ ਹੁੰਦੇ ਆ, ਉਹ ਕਿਹੜੇ ਨੇ? ਮੈਂਸ਼ਨ ਉਹਨਾਂ ਬਾਰੇ ਤੁਸੀਂ ਵੇਰਵਾ ਦਿਓ। ਤਾਂ ਆਪਾਂ 3 ਲਾਈਨਾਂ 'ਚ ਇਹਦਾ ਆਨਸਰ ਦਵਾਂਗੇ ਜੀ ਕਿ the television harms the brain of the children। ਪਹਿਲੀ ਲਾਈਨ, ਪਹਿਲਾ ਡੈਮੇਜ ਤਾਂ ਉਹਨਾਂ ਦਾ ਜਿਹੜਾ ਬ੍ਰੇਨ ਹੈ ਉਹ ਡੈਮੇਜ ਹੁੰਦਾ ਹੈ ਜੀ, ਉਹਨਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਹਾਰਮ ਦਾ ਮਤਲਬ ਹੁੰਦਾ ਹੈ ਨੁਕਸਾਨ ਪਹੁੰਚਾਉਣਾ। ਇਟ ਮੇਕਸ ਅ ਚਾਈਲਡ ਡਲ, ਇਟ ਮੇਕਸ ਅ ਚਾਈਲਡ ਡਲ, ਬੱਚਾ ਡਲ ਬਣ ਜਾਂਦਾ ਹੈ। ਇਹ ਲਾਈਨ ਪੋਇਮ ਦੇ ਵਿੱਚ ਆਈ ਹੈ, ਬੱਚਾ ਬਿਲਕੁਲ ਡਲ ਬਣ ਜਾਂਦਾ ਹੈ। ਤੇ ਦੂਸਰਾ, the child cannot the child cannot imagine anything। ਕੋਈ ਚੀਜ਼ ਸੋਚ ਹੀ ਨਹੀਂ ਸਕਦਾ। ਉਹ ਲਿਖਦਾ ਹੈ ਨਾ, ਪੋਇਟ ਲਿਖਦਾ ਹੈ, ਹੀ ਕੈਨ ਨੋਟ ਇਮੇਜਨ, ਹੀ ਓਨਲੀ ਸੀਜ਼। ਸਿਰਫ ਦੇਖਦਾ ਹੈ, ਉਹ ਇਮੇਜਨ ਤਾਂ ਕਰਦਾ ਹੀ ਨਹੀਂ। ਜੋ ਉਸਨੂੰ ਇੱਕ ਬਣਾਉਟੀ ਦੁਨੀਆ ਟੀਵੀ ਦਿਖਾਉਂਦਾ, ਇੱਕ ਵਰਚੁਅਲ ਜੋ ਉਸਨੂੰ ਵਰਲਡ ਟੀਵੀ ਦਿਖਾਉਂਦਾ, ਉਸੇ 'ਚ ਹੀ ਖੋਇਆ ਰਹਿੰਦਾ ਹੈ। ਉਸਦੀ ਆਪਣੀ ਦਿਮਾਗ ਦੀ ਦੁਨੀਆ ਤਾਂ ਕੋਈ ਨਹੀਂ। ਜੋ ਟੀਵੀ ਉਸਨੂੰ ਕੂੜ ਕਬਾੜ ਉਹਦੇ ਦਿਮਾਗ 'ਚ ਭਰ ਦਿੰਦਾ ਹੈ, ਬਸ ਉਹੀ ਉਸਨੂੰ ਉਹ ਦੁਨੀਆ ਲੱਗਦੀ ਹੈ, ਉਸ ਤੋਂ ਬਾਹਰ ਨਹੀਂ ਨਿਕਲਦਾ। ਤਾਂ 3 ਹਾਰਮਸ ਕਿਹੜੇ ਹੋ ਗਏ ਜੀ? ਕਿ ਟੈਲੀਵਿਜ਼ਨ ਉਹਦਾ ਬ੍ਰੇਨ ਤਾਂ ਖਰਾਬ ਕਰਦਾ ਹੀ ਹੈ, ਉਸਨੂੰ ਡਲ ਬਣਾਉਂਦਾ ਹੈ ਤੇ ਉਹ ਇਮੇਜਿਨ ਕੁਝ ਵੀ ਕਰ ਨਹੀਂ ਸਕਦਾ। 5th ਕੁਐਸਚਨ ਕਰਨ ਜਾ ਰਹੇ ਹਾਂ ਜੀ ਕਿ what shall we do to entertain our darling children। ਤਾਂ ਫਿਰ ਜੇ ਅਸੀਂ ਟੀਵੀ ਨੂੰ ਆਪਣੇ ਘਰਾਂ ਚੋਂ ਬਾਹਰ ਕੱਢ ਦਈਏ ਤਾਂ ਫਿਰ ਸਾਡੇ ਬੱਚੇ ਇੰਟਰਟੇਨਿੰਗ ਕਿਵੇਂ ਕਰਨਗੇ ਆਪਣੀ? ਉਹ ਆਪਣੇ ਮਨ ਪਰਚਾਵਾ ਕਿਵੇਂ ਕਰਨਗੇ ਜੋ ਸਾਡੇ ਪਿਆਰੇ ਬੱਚੇ ਨੇ, ਡਾਰਲਿੰਗ ਚਿਲਡਰਨ ਨੇ? ਤਾਂ ਬੜਾ ਆਨਸਰ ਉਹਨੇ ਬੜਾ ਹੀ ਵਧੀਆ ਦਿੱਤਾ ਹੈ ਕਿ we should give them books। we should give them books। ਅਸੀਂ ਉਹਨਾਂ ਨੂੰ ਗੁੱਡ ਬੁੱਕਸ ਦਈਏ। ਆਪਾਂ ਗੁੱਡ ਬੁੱਕਸ ਪਾ ਦੇਣੇ, ਵੀ ਸ਼ੁੱਡ ਗਿਵ them ਗੁੱਡ ਬੁੱਕਸ। ਅਸੀਂ ਉਹਨਾਂ ਨੂੰ ਵਧੀਆ ਕਿਤਾਬਾਂ ਦਈਏ, ਆਪਣੇ ਆਪ ਇੰਟਰਟੇਨਮੈਂਟ ਕਰਨਗੇ ਉਹ। ਲਾ 6th ਕੁਐਸਚਨ ਹੈ, ਸੌਰੀ, what should we replace the television with। ਰਿਪਲੇਸ ਦਾ ਮਤਲਬ ਹੁੰਦਾ ਹੈ ਮਤਲਬ ਕਿ ਕਿਸੇ ਥਾਂ ਦੀ, ਕਿਸੇ ਜਗ੍ਹਾ ਦੀ ਥਾਂ ਤੇ ਕੋਈ ਹੋਰ ਆਪਾਂ ਕੋਈ ਚੀਜ਼ ਲੈ ਕੇ ਆਉਂਦੇ ਹਾਂ, ਬਦਲ ਦੇਣਾ। ਤਾਂ ਅਸੀਂ ਟੀਵੀ ਨੂੰ ਕਿਸ ਦੇ ਨਾਲ ਬਦਲੀਏ? ਤਾਂ ਉਹਦਾ ਵੀ ਆਨਸਰ ਸਾਨੂੰ ਦਿੱਤਾ ਹੈ। ਅਸੀਂ ਆਨਸਰ ਇਹੀ ਲਿਖ ਸਕਦੇ ਹਾਂ ਕਿ we should replace the television with good books। ਉਹੀ ਆਪਣਾ ਆਨਸਰ ਜਿਹੜਾ 6th ਪਾਇਆ ਉਸੇ ਨੂੰ ਥੋੜਾ ਜਿਹਾ ਆਪਾਂ ਨੇ ਠੀਕ ਕਰਕੇ ਇਸ 5th ਚ ਪਾਇਆ, 6th ਪਾ ਲਿਆ ਆਪਾਂ ਨੇ। ਲਾਸਟ ਕੁਐਸਚਨ ਹੈ ਕਿ what will the children learn in the absence of television। ਜਦੋਂ ਟੈਲੀਵਿਜ਼ਨ ਨਹੀਂ ਹੋਏਗਾ, ਐਬਸੈਂਟ ਹੋਏਗਾ, ਜਿਸ ਟਾਈਮ ਟੈਲੀਵਿਜ਼ਨ ਸਾਡੇ ਘਰ 'ਚ ਨਹੀਂ ਹੋਏਗਾ ਤਾਂ ਬੱਚੇ ਕੀ ਸਿੱਖਣਗੇ? ਤਾਂ ਬੱਚੇ ਕੀ ਕੀ ਮਤਲਬ ਉਹਨਾਂ ਨੂੰ ਸਿੱਖਿਆ ਮਿਲੇਗੀ? what will the children learn। ਤਾਂ ਉਹ ਇਹ ਸਿੱਖਣਗੇ ਕਿ ਉਹਨਾਂ ਕੋਲੇ ਤਾਂ ਕੋਈ ਕੰਮ ਕਰਨ ਨੂੰ ਹੈ ਹੀ ਨਹੀਂ, ਕੁਝ ਹੋਰ ਕੰਮ ਹੈ ਹੀ ਨਹੀਂ, ਸਿਰਫ ਬੁੱਕਸ ਪਈਆਂ। ਤਾਂ ਅਲਟੀਮੇਟਲੀ ਉਹ ਬੁੱਕਸ ਵੱਲ ਮੁੜਨਗੇ ਐਂਡ ਦੇ ਵਿਲ ਸਟਾਰਟ ਰੀਡਿੰਗ ਬੁੱਕਸ। ਤਾਂ ਆਪਾਂ ਇਹੀ ਲਿਖਾਂਗੇ, the children will start reading
ਬੁੱਕਸ। ਤਾਂ ਬੱਚਿਓ ਇਸ ਦੇ ਨਾਲ ਅਸੀਂ ਆਪਣੇ ਇਹ 7 ਦੇ 7 ਕੁਐਸਚਨਸ ਕਰ ਲਏ ਨੇ। ਇਹਨਾਂ ਨੂੰ ਤੁਸੀਂ ਆਪਣਾ ਸੁੰਦਰ ਹੈਂਡਰਾਈਟਿੰਗ ਦੇ ਨਾਲ ਆਪਣੀ ਜਿਹੜੀਆਂ ਫੇਅਰ ਨੋਟਬੁੱਕਸ ਨੇ ਉਹਨਾਂ ਤੇ ਕਰ ਲੈਣਾ ਹੈ। ਉਸ ਦੀਆਂ ਪਿਕਸ ਮੈਨੂੰ ਜ਼ਰੂਰ ਭੇਜ ਦੇਣੀਆਂ। ਤਾਂ ਹੁਣ ਆਪਾਂ ਆਪਣੀ ਟੈਲੀਵਿਜ਼ਨ ਪੋਇਮ ਦੀ ਸੈਕਿੰਡ ਐਕਸਰਸਾਈਜ਼ ਬੱਚਿਓ ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਅਸੀਂ 7 ਕੁਐਸਚਨਸ ਦੇ ਆਨਸਰਸ ਕਰ ਚੁੱਕੇ ਹਾਂ। ਜਿਹੜੀ ਸੈਕਿੰਡ ਐਕਸਰਸਾਈਜ਼ ਹੈ ਇਸ ਦੇ ਵਿੱਚ ਬੇਟਾ ਤੁਹਾਡੇ ਕੋਲੇ ਦੋ ਕਾਲਮਸ ਨੇ, ਕਾਲਮ A ਐਂਡ ਕਾਲਮ B, ਤੇ ਇਸ ਦੇ ਦੋਨਾਂ ਪਾਸੇ 7-7 ਲਾਈਨਸ ਨੇ, ਤਾਂ ਇਨਕੰਪਲੀਟ ਲਾਈਨਸ ਨੇ। ਆਪਾਂ ਉਹਨਾਂ ਨੂੰ ਕੰਪਲੀਟ ਕਰਨਾ ਹੈ ਅਕੋਰਡਿੰਗ ਟੂ ਦਾ ਪੋਇਮ। ਜਿਹੜੀਆਂ ਲਾਈਨਸ ਪੋਇਮ 'ਚ ਆਈਆਂ ਨੇ ਤਾਂ ਅਸੀਂ ਉਸ ਨੂੰ ਕੰਪਲੀਟ ਕਰਨਾ ਹੈ। ਤਾਂ ਬੇਟਾ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਇਸ ਦੇ ਲਈ ਸਾਨੂੰ ਪੋਇਮ ਦੇ ਬਾਰੇ ਪੂਰੀ ਜਾਣਕਾਰੀ ਹੋਣੀ ਜ਼ਰੂਰੀ ਹੈ। ਤਾਂ ਮੈਂ ਤੁਹਾਨੂੰ ਫੇਰ ਕਹੂੰਗਾ ਕਿ ਜੇ ਪੋਇਮ ਹਜੇ ਵੀ ਤੁਹਾਨੂੰ ਥੋੜ੍ਹੀ ਜਿਹੀ ਘੱਟ ਸਮਝ ਆਈ ਹੈ ਤਾਂ ਤੁਸੀਂ ਮੇਰੇ ਪਿਛਲੇ ਲੈਕਚਰ ਨੂੰ ਜਾ ਕੇ ਇਸ ਨੂੰ ਜ਼ਰੂਰ ਦੇਖੋ, ਤਾਂ ਕਿ ਤੁਹਾਨੂੰ ਪੋਇਮ ਦੀ ਪੂਰੀ ਕੰਪਲੀਟ ਪੈਰਾਫਰੇਜ਼ ਤੇ ਐਕਸਪਲੇਨੇਸ਼ਨ ਸਮਝ ਆ ਜੇ। ਤਾਂ ਫਿਰ ਤੁਹਾਨੂੰ ਇਹ ਜਿਹੜੀਆਂ ਇਨਕੰਪਲੀਟ ਲਾਈਨਸ ਹੈ ਕਰਨ 'ਚ ਬੜੀ ਹੀ ਆਸਾਨੀ ਹੋ ਜਾਏਗੀ। ਤਾਂ ਪਹਿਲੀ ਹੈ ਜੀ ਕਿ ਇਟ ਡੈਸ਼ ਇਨ ਦਾ ਹੈਡ। ਤਾਂ ਅਸੀਂ ਇਹ ਪੜ੍ਹਿਆ ਸੀ ਪੋਇਮ ਦੇ ਵਿੱਚ ਕਿ ਜਿਹੜੀ ਟੀਵੀ ਨੇ ਇਹ ਕੀ ਕਰਦੇ ਨੇ ਕਿ ਜਿਹੜਾ ਟੀਵੀ ਸਾਡੇ ਬੱਚਿਆਂ ਦੇ ਦਿਮਾਗ ਦੇ ਅੰਦਰ ਨਾ ਕੂੜ ਕਬਾੜ ਭਰ ਦਿੰਦਾ ਹੈ। ਤਾਂ ਕੂੜ ਕਬਾੜ ਭਰਨ ਦੇ ਨਾਲ ਜਿਹੜੀ ਉਹਨਾਂ ਦੀ ਸਹੀ ਜੋ ਇੱਕ ਸੈਂਸ ਹੈ, ਜੋ ਇੱਕ ਵਧੀਆ ਸੋਚਣ ਦੀ ਸ਼ਕਤੀ ਹੈ, ਉਹ ਖਤਮ ਹੋ ਜਾਂਦੀ ਹੈ। ਉਸ ਨੂੰ ਇੱਕ ਤਰ੍ਹਾਂ ਦੀ ਜੰਗ ਲੱਗ ਜਾਂਦੀ ਹੈ। ਤਾਂ ਇਸ ਦਾ ਆਨਸਰ ਹੈ ਜੀ ਤੁਹਾਡਾ ਇਟ ਰੋਟਸ ਦਾ ਸੈਂਸ ਇਨ ਦਾ ਹੈਡ। ਤਾਂ ਅਸੀਂ ਇਸ ਦੇ ਸਾਹਮਣੇ ਲਿਖਾਂਗੇ ਇਟ ਰੋਟਸ ਦਾ ਸੈਂਸ। ਇਹ ਇਸ ਦਾ ਆਨਸਰ ਹੈ ਜੀ ਪਹਿਲੇ ਦਾ, ਇਟ ਰੋਟਸ ਦਾ ਸੈਂਸ ਇਨ ਦਾ ਹੈਡ। ਦਿਮਾਗ ਦੇ ਵਿੱਚ ਕੁਝ ਹੋਰ ਚੱਲਦਾ ਹੀ ਨਹੀਂ, ਟੀਵੀ ਘੁੰਮੀ ਜਾਂਦਾ ਸਾਰਾ ਦਿਨ ਉਸਦੇ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਕੋਈ ਉਸ ਨੂੰ ਆਵਾਜ਼ ਦੇ ਰਿਹਾ ਹੈ, ਕੋਈ ਉਸ ਨੂੰ ਕਿਸੇ ਨੇ ਕੰਮ ਕਿਹਾ ਕਰਨ ਲਈ, ਜਦੋਂ ਟੀਵੀ ਦੇ ਸਰਾਣੇ ਬੈਠ ਗਿਆ ਖਤਮ, ਦਿਮਾਗ ਖਤਮ, ਦਿਮਾਗ ਹੀ ਡੈਡ ਹੋ ਗਿਆ। ਚਲੋ ਸੈਕਿੰਡ ਹੈ ਜੀ ਇਟ ਡੈਸ਼ ਡੈਡ। ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਦਿਮਾਗ ਹੀ ਖਤਮ ਹੋ ਜਾਂਦਾ ਉਸ ਬੱਚੇ ਦਾ। ਦਿਮਾਗ ਖਤਮ ਹੋਣ ਦਾ ਮਤਲਬ ਇਹ ਹੈ ਕਿ ਦਿਮਾਗ ਜਿਹੜਾ ਹੈ ਉਹ ਚੰਗੇ ਕੰਮ ਵੱਲ ਤਾਂ ਜਾਂਦਾ ਹੀ ਨਹੀਂ। ਤਾਂ ਉਹ ਚੰਗਾ ਕੰਮ ਤਾਂ ਬੇਟਾ ਉਦੋਂ ਹੋਊਗਾ ਨਾ ਜਦੋਂ ਉਹ ਆਪਣੇ ਦਿਮਾਗ ਦੇ ਨਾਲ ਕੋਈ ਉਸਾਰੂ ਸੋਚ ਵੱਲ ਆਪਣਾ ਦਿਮਾਗ ਲਗਾਊਗਾ। ਉਸਾਰੂ ਸੋਚ ਵੱਲ ਤਾਂ ਲਾ ਹੀ ਨਹੀਂ ਰਿਹਾ, ਉਸ ਨੂੰ ਤਾਂ ਜੋ ਟੀਵੀ ਉਹਦੇ ਸਾਹਮਣੇ ਪੇਸ਼ ਕਰ ਰਿਹਾ ਹੈ ਉਸ ਨੂੰ ਉਹ ਗ੍ਰੈਬ ਕਰੀ ਜਾ ਰਿਹਾ ਹੈ ਤੇ ਉਸੇ ਨੂੰ ਹੀ ਉਹ ਸੱਚਾਈ ਮੰਨ ਰਿਹਾ ਹੈ। ਤਾਂ ਇਟ ਕਿਲਸ ਇਮੈਜੀਨੇਸ਼ਨ ਡੈਡ। ਉਹਦੀ ਜਿਹੜੀ ਇਮੈਜੀਨੇਸ਼ਨ ਹੈ ਉਸ ਨੂੰ ਤਾਂ ਉਹ ਗਲਾ ਹੀ ਘੋਟ ਦਿੰਦਾ ਹੈ ਟੀਵੀ। ਉਸ ਦੀ ਇਮੈਜੀਨੇਸ਼ਨ ਤਾਂ ਖਤਮ ਹੀ ਹੋ ਜਾਂਦੀ ਹੈ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਬੇਟਾ ਇੱਕ ਇਮੈਜਨਰੀ ਵਰਡ ਜਿਹੜਾ ਹੈ ਟੀਵੀ, ਵਰਚੁਅਲ ਵਰਡ ਮਤਲਬ ਬਣਾਉਟੀ ਦੁਨੀਆ ਬੱਚੇ ਦੇ ਅੱਗੇ ਪੇਸ਼ ਕਰਦਾ ਹੈ। ਉਸ ਬਣਾਉਟੀ ਦੁਨੀਆ ਦੇ ਵਿੱਚ ਹੀ ਬੱਚਾ ਆਪਣੇ ਆਪ ਨੂੰ ਦੁਨੀਆ ਮੰਨ ਲੈਂਦਾ ਹੈ। ਕਿਉਂਕਿ ਜੇ ਉਹ ਬੁੱਕ ਪੜ੍ਹੇਗਾ ਤਾਂ ਸਪੋਜ਼ ਕਰੋ ਕਿਸੇ ਪਰੀ ਦੀ ਕਹਾਣੀ ਪੜ੍ਹ ਰਿਹਾ ਹੈ, ਤਾਂ ਉਹ ਆਪਣੇ ਬੁੱਕ ਦੇ ਵਿੱਚ ਪਰੀ ਨੂੰ ਜਦੋਂ ਪੜ੍ਹਦਾ ਤਾਂ ਆਪਣੇ ਦਿਮਾਗ ਦੇ ਵਿੱਚ ਉਹ ਪਰੀ ਦਾ ਕੋਈ ਕਨਸੈਪਟ ਬਿਠਾਏਗਾ। ਉਹ ਸੋਚੇਗਾ ਕਿ ਪਰੀ ਇਹੋ ਜਿਹੀ ਹੋਏਗੀ, ਇਸ ਤਰ੍ਹਾਂ ਦੀ ਹੋਏਗੀ। ਲੇਕਿਨ ਜਦੋਂ ਉਹ ਉਹੀ ਪਰੀ ਟੀਵੀ ਦੇ ਉੱਪਰ ਕਿਸੇ ਐਕਟਰਸ ਨੂੰ ਬਣੀ ਦੇਖਦਾ ਹੈ ਤਾਂ ਜਦ ਵੀ ਕਦੇ ਉਹਦੇ ਜ਼ਿੰਦਗੀ ਦੇ ਵਿੱਚ ਕਦੇ ਪਰੀ ਦਾ ਖਿਆਲ ਆਊਗਾ ਤਾਂ ਉਹਨੂੰ ਉਹ ਪਰੀ ਨਹੀਂ ਯਾਦ ਆਊਗੀ, ਉਸ ਨੂੰ ਟੀਵੀ ਦੇ ਵਿੱਚੋਂ ਜਿਹੜੀ ਐਕਟਰਸ ਹੈ ਉਹ ਯਾਦ ਆਊਗੀ। ਤਾਂ ਮੈਂ ਤੁਹਾਨੂੰ ਇਹ ਕਹਿ ਰਿਹਾ ਨਾ ਕਿ ਇੱਕ ਵਰਚੁਅਲ ਵਰਡ ਜਿਹੜਾ ਹੈ ਉਹ ਇੱਕ ਬੱਚੇ ਦੇ ਅੱਗੇ ਪੇਸ਼ ਕਰ ਦਿੱਤਾ ਜਾਂਦਾ ਹੈ ਟੈਲੀਵਿਜ਼ਨ ਦੇ ਹਿਸਾਬ ਦੇ ਨਾਲ, ਉਹਦੇ ਜ਼ਰੀਏ। ਤਾਂ ਬੱਚਾ ਉਸੇ ਵਰਚੁਅਲ ਵਰਡ, ਉਸੇ ਬਣਾਉਟੀ ਦੁਨੀਆ ਦੇ ਵਿੱਚ ਪਿਆ ਰਹਿੰਦਾ ਹੈ। ਤੀਸਰਾ ਹੈ ਜੀ ਇਟ ਡੈਸ਼ ਅਪ ਦਾ ਮਾਈਂਡ, ਕਲੌਗਸ ਐਂਡ ਕਲਟਰਸ ਅਪ ਦਾ ਮਾਈਂਡ। ਇਹ ਆਨਸਰ ਹੈ ਜੀ ਇਹਦਾ। ਨਾਓ ਕਲੌਗਸ ਐਂਡ ਕਲਟਰਸ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀਗਾ, ਸਪੋਜ਼ ਕਰੋ ਕਿ ਆਪਣੇ ਕਿਚਨ ਦੇ ਵਿੱਚ ਕੋਈ ਪਾਈਪ ਹੁੰਦੀ ਹੈ, ਸਿੰਕ ਵਾਲੀ ਪਾਈਪ ਹੁੰਦੀ ਹੈ, ਉਸ ਦੇ ਵਿੱਚ ਕਈ ਵਾਰੀ ਕਚਰਾ ਫਸ ਜਾਂਦਾ ਹੈ ਤਾਂ ਫਿਰ ਉਹ ਪਾਣੀ ਉਸ ਦੇ ਵਿੱਚੋਂ ਨਹੀਂ ਨਿਕਲਦਾ। ਤਾਂ ਸੇਮ ਆਹੀ ਕੰਮ ਟੀਵੀ ਕਰਦਾ। ਟੀਵੀ ਜਿਹੜਾ ਹੈ ਉਸਦੇ ਦਿਮਾਗ ਦੇ ਵਿੱਚ ਇੰਨਾ ਕੂੜ ਕਬਾੜ, ਇੰਨਾ ਕਲੌਗਸ ਐਂਡ ਕਲਟਰ ਕਰ ਦਿੰਦਾ, ਉਹਦਾ ਮਨ ਇੰਨਾ ਮਤਲਬ ਦੀਆਂ ਚੀਜ਼ਾਂ ਦੇ ਨਾਲ ਭਰ ਜਾਂਦਾ ਹੈ ਕਿ ਚੰਗੀ ਚੀਜ਼ ਲਈ ਥਾਂ ਹੀ ਨਹੀਂ ਬਚਦੀ। ਫੋਰਥ ਹੈ ਜੀ ਇਟ ਮੇਕਸ ਅ ਚਾਈਲਡ ਸੋ ਡਲ ਐਂਡ ਬਲਾਈਂਡ। ਜਿਹੜਾ ਟੀਵੀ ਹੈ ਇਹ ਉਸ ਚਾਈਲਡ ਨੂੰ ਡਲ ਬਣਾ ਦਿੰਦਾ ਹੈ, ਨਿਕੰਮਾ ਬਣਾ ਦਿੰਦਾ ਹੈ ਤੇ ਬਲਾਈਂਡ ਬਣਾ ਦਿੰਦਾ ਤੇ ਅੰਨਾ ਬਣਾ ਦਿੰਦਾ ਹੈ। ਅੰਨਾ ਮਤਲਬ ਇਹ ਹੋਇਆ ਕਿ ਉਸਦੀ ਅੱਖਾਂ ਦੀ ਨਜ਼ਰ ਜਿਹੜੀ ਹੈ ਉਹ ਘਟ ਜਾਂਦੀ ਹੈ। ਦੇਖੋ ਅੱਜ ਕੱਲ੍ਹ ਸਾਰੇ ਬੱਚਿਆਂ ਦੇ ਐਨਕਾਂ ਲੱਗੀਆਂ ਹੋਈਆਂ ਨੇ। ਤਾਂ ਇਹਦਾ ਜ਼ਿਆਦਾ ਅਸਰ ਜਿਹੜਾ ਹੈ ਉਹ ਟੀਵੀ ਪਾ ਰਿਹਾ, ਬਿਕੋਜ਼ ਸਾਰਾ ਦਿਨ ਬੱਚਾ ਕਾਰਟੂਨ ਨੈਟਵਰਕ ਦੇਖੀ ਜਾਂਦਾ ਹੈ, ਹੋਰ ਬੇਫਜ਼ੂਲ ਦੇ ਚੀਜ਼ਾਂ ਦੇਖੀ ਜਾਂਦਾ ਹੈ, ਤਾਂ ਉਸ ਨੂੰ ਆਪਣੀ ਅੱਖਾਂ ਨੂੰ ਤਾਂ ਰੈਸਟ ਹੀ ਨਹੀਂ ਮਿਲਦੀਆਂ। ਖੇਡਣ ਖੁੱਡਣ ਦਾ ਉਹਦੇ ਵੱਲ ਧਿਆਨ ਹੀ ਨਹੀਂ ਹੈ, ਟੀਵੀ ਤੇ ਹੀ ਉਹ ਖੇਡਾਂ ਖੇਡਦਾ। ਅੱਜ ਕੱਲ੍ਹ ਦਾ ਵੀਡੀਓ ਗੇਮ ਚੱਲ ਪਈਆਂ ਟੀਵੀ ਤੇ, ਤਾਂ ਕਹਿਣ ਦਾ ਮਤਲਬ ਅੱਖਾਂ ਖਰਾਬ ਹੋ ਰਹੀਆਂ ਨੇ। ਫਿਫਥ ਹੈ ਹਿਸ ਬ੍ਰੇਨ ਬਿਕਮਸ
as soft as cheese, as soft as, sorry तौर पर लिख देने हैं, as soft as cheese। ਤਾਂ ਮੈਂ ਤੁਹਾਨੂੰ ਬੇਟਾ ਦੱਸਿਆ ਸੀਗਾ ਕਿ ਇਸ ਲਾਈਨ ਦੇ ਵਿੱਚ ਜਿਹੜਾ ਉਸਦਾ ਬ੍ਰੇਨ ਹੈ ਉਸ ਨੂੰ ਆਪਾਂ ਨੇ ਕੰਪੈਰੀਜ਼ਨ ਕੀਤਾ ਹੈ ਚੀਜ਼ ਦੇ ਨਾਲ ਐਜ਼ ਲਾ ਕੇ, ਤਾਂ ਇੱਥੇ ਸਿਮਿਲੀ ਯੂਜ਼ ਹੋਈ ਹੈ, ਤਾਂ ਉਸਦਾ ਬ੍ਰੇਨ ਓਨਾ ਸੌਫਟ ਬਣ ਜਾਂਦਾ ਹੈ ਜਿੰਨਾ ਕਿ ਇੱਕ ਪਨੀਰ ਹੁੰਦਾ, ਚੀਜ਼ ਹੁੰਦਾ। ਉਹਦੇ ਪਨੀਰ ਦੇਖੋ ਇੱਕ ਇੰਨੀ ਸੌਫਟ ਚੀਜ਼ ਹੈ, ਉਸ ਦੇ ਉੱਪਰ ਤੁਸੀਂ ਕੋਈ ਵੀ ਛਾਪਾ ਪਾਓ ਉਹੀ ਛਪ ਜਾਂਦਾ ਹੈ, ਤਾਂ ਉਹਦਾ ਬ੍ਰੇਨ ਵੀ ਉਹੋ ਜਿਹਾ ਹੀ ਹੈ, ਕਿਉਂਕਿ ਬ੍ਰੇਨ ਦੇ ਉੱਪਰ ਹੁਣ ਟੀਵੀ ਨੇ ਇੱਕ ਛਾਪਾ ਪਾਤਾ ਤਾਂ ਉਹੀ ਛਪ ਗਿਆ, ਉਹੀ ਸੋਚੀ ਜਾਂਦਾ ਹੈ ਟੀਵੀ ਦੇ ਬਾਰੇ। ਮਤਲਬ ਜਿਸ ਤਰ੍ਹਾਂ ਦਾ ਮਰਜ਼ੀ ਤੁਸੀਂ ਬੱਚੇ ਨੂੰ ਤੁਸੀਂ ਟੀਵੀ ਦਿਖਾ ਕੇ ਬਣਾਉਣਾ ਚਾਹੋ ਨਾ, ਉਵੇਂ ਬਣ ਜਾਂਦਾ ਹੈ ਉਹ। ਸਿਕਸਥ ਹੈ ਹਿਜ਼ ਪਾਵਰ ਆਫ ਥਿੰਕਿੰਗ ਰਸਟ ਐਂਡ ਫਰੀਜ਼, ਤਾਂ ਇਹਦਾ ਆਨਸਰ ਹੈ ਜੀ ਉਹਦੀ ਜਿਹੜੀ ਸੋਚਣ ਦੀ ਸ਼ਕਤੀ ਹੈ ਉਹਨੂੰ ਤਾਂ ਜੰਗ ਹੀ ਲੱਗ ਜਾਂਦੀ ਹੈ ਤੇ ਜੰਮ ਜਾਂਦੀ ਹੈ ਉਹ, ਰਸਟ ਐਂਡ ਫਰੀਜ਼। ਬਸ ਜਦੋਂ ਸੋਚਣਾ ਹੀ ਬੰਦ ਹੋ ਗਿਆ ਤਾਂ ਬੇਟਾ ਫਿਰ ਜਦੋਂ ਸੋਚ ਹੀ ਖੜ ਗਈ ਬੰਦੇ ਦੀ ਤਾਂ ਫਿਰ ਬੰਦਾ ਹੀ ਖੜ ਗਿਆ, ਐ ਲਾ ਲਓ। ਲਾਸਟ ਹੈ ਜੀ ਹੀ ਕੈਨ ਨਾਟ ਥਿੰਕ ਹੀ ਓਨਲੀ ਸੀਜ਼, ਇਹ ਮੇਰੀ ਪੋਇਮ ਦੀ ਸਭ ਤੋਂ ਫੇਵਰੇਟ ਲਾਈਨ ਹੈ, ਹੀ ਕੈਨ ਨਾਟ ਥਿੰਕ ਹੀ ਓਨਲੀ ਸੀਜ਼। ਜਦੋਂ ਟੀਵੀ ਬੱਚਾ ਦੇਖਦਾ ਹੈ ਤਾਂ ਉਹ ਸਿਰਫ ਦੇਖਦਾ ਹੈ, ਸੋਚਦਾ ਨਹੀਂ ਹੈ। ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਕਿ ਟੀਵੀ ਨੇ ਉਸਦੀ ਸੋਚਣ ਸ਼ਕਤੀ ਉਹ ਬੰਦ ਕਰਤੀ, ਸਿਰਫ ਉਹ ਦੇਖ ਰਿਹਾ ਹੈ ਤੇ ਦੇਖਣ ਦੇ ਨਾਲ ਹੀ ਉਹ ਆਪਣੇ ਉਹੀ ਜਿਹੜੀ ਬਣਾਉਟੀ ਦੁਨੀਆ ਦੇ ਵਿੱਚ ਤੁਰੀ ਫਿਰੀ ਜਾ ਰਿਹਾ ਹੈ, ਉਸਦੀ ਆਪਣੀ ਦੁਨੀਆ ਤਾਂ ਖਤਮ ਹੋ ਗਈ। ਤਾਂ ਇਸ ਤਰੀਕੇ ਨਾਲ ਬੇਟਾ ਆਪਾਂ ਜਿਹੜੀ ਸੈਕਿੰਡ ਐਕਸਰਸਾਈਜ਼ ਆ ਉਹ ਕੰਪਲੀਟ ਕਰ ਚੁੱਕੇ ਹਾਂ। ਇਸ ਨੂੰ ਸੋਹਣਾ ਸੋਹਣਾ ਆਪਣੀਆਂ ਫੇਅਰ ਨੋਟਬੁੱਕਸ ਤੇ ਉਤਾਰ ਲੈਣਾ ਤੇ ਉਸਦੀਆਂ ਪਿਕਸ ਮੈਨੂੰ ਜ਼ਰੂਰ ਭੇਜ ਦੇਣੀ। ਬੱਚਿਓ ਪੋਇਮ ਦੀ ਜਿਹੜੀ ਤੀਸਰੀ ਐਕਸਰਸਾਈਜ਼ ਹੈ ਇਹ ਬਹੁਤ ਹੀ ਈਜ਼ੀ ਹੈ। ਇਸ ਦੇ ਵਿੱਚ ਆਪਾਂ ਨੇ ਕੀ ਦੱਸਣਾ ਹੈ ਕਿ ਰਾਈਮਿੰਗ ਵਰਡਸ ਦੇ ਪੈਰ ਦੱਸਣੇ ਨੇ, ਉਹਨਾਂ ਦੇ ਜੋੜੇ ਦੱਸਣੇ ਨੇ। ਤੁਹਾਨੂੰ 3 ਪੈਰਸ ਦੇ ਰੱਖੇ ਨੇ ਉਹਨਾਂ ਨੇ, ਚੀਜ਼, ਫਰੀਜ਼, ਅੰਡਰਸਟੈਂਡ, ਫੈਰੀਲੈਂਡ, ਇੰਸਟਾਲ, ਵਾਲ। ਲੇਕਿਨ ਤੁਸੀਂ ਇਸ ਦੇ ਨਾਲ ਦੇ 10 ਵਰਡਸ ਉਹਨਾਂ ਨੇ ਦੱਸੇ ਨੇ ਕਿ ਫਾਈਂਡ ਆਊਟ ਦਾ 10 ਮੋਰ ਸੱਚ ਪੈਰਸ ਆਫ ਰਾਈਮਿੰਗ ਵਰਡਸ ਵਿਚ ਆਰ ਯੂਜ਼ਡ ਇਨ ਦਾ ਪੋਇਮ। ਤਾਂ ਜਿਹੜੀ ਪੋਇਮ ਦੇ ਵਿੱਚ ਯੂਜ਼ਡ ਹੋਏ ਨੇ ਅਸੀਂ ਆਪਣੇ ਕੋਲੋਂ ਨਹੀਂ ਪਾਣੇ, ਜਿਹੜੇ ਪੋਇਮ ਦੇ ਵਿੱਚ ਯੂਜ਼ ਹੋਏ ਨੇ ਅਸੀਂ ਉਹ 10 ਪੈਰਸ ਜਿਹੜੇ ਆ ਉਹ ਅਸੀਂ ਦੱਸਣੇ ਆ। ਤਾਂ ਇਸ ਦੇ ਲਈ ਬੇਟਾ ਇੱਕ ਵਾਰੀ ਅਸੀਂ ਫੇਰ ਪੋਇਮ ਦਾ ਰੁਖ ਕਰਾਂਗੇ। ਤਾਂ ਬੱਚਿਓ ਪੋਇਮ ਦੇ ਸ਼ੁਰੂ ਦੇ ਵਿੱਚ ਹੀ ਅਸੀਂ ਇਹ ਨਾ ਪੈਰਸ ਨੂੰ ਲੱਭ ਸਕਦੇ ਹਾਂ। ਜਿਵੇਂ ਦੇਖੋ ਪਹਿਲੀ ਲਾਈਨ ਦੇ ਵਿੱਚ ਹੀ ਇਹਦਾ ਮੋਸਟ ਇੰਪੋਰਟੈਂਟ ਥਿੰਗ ਵੀ ਹੈਵ ਲਰਨਡ ਇਹ ਹੈ, ਉਸ ਤੋਂ ਸੋ ਫਾਰ ਐਜ਼ ਚਿਲਡਰਨ ਆਰ ਕੰਸਰਨਡ। ਤਾਂ ਜੇ ਤੁਸੀਂ ਦੇਖੋ ਤਾਂ ਲਰਨ ਤੇ ਕੰਸਰਨ ਜਿਹੜੇ ਨੇ ਇਹ ਪਹਿਲਾ ਪੈਰ ਹੋ ਗਿਆ ਸਾਡਾ, ਇਹ ਫਸਟ ਪੈਰ ਹੋ ਗਿਆ। ਠੀਕ ਹੈ ਜੀ, ਪਹਿਲਾ ਜੋੜਾ ਹੋ ਗਿਆ ਕਿਉਂਕਿ ਦੋਨੇ ਹੀ ਰਾਈਮਿੰਗ 'ਚ ਨੇ। ਪੋਇਮ ਦੀ ਇੱਕ ਖਾਸੀਅਤ ਹੁੰਦੀ ਹੈ ਬੇਟਾ ਕਿ ਜਿਹੜੀ ਪੋਇਮ ਹੁੰਦੀ ਹੈ ਨਾ ਉਹ ਇੱਕ ਲੈਅ ਦੇ ਵਿੱਚ ਹੁੰਦੀ ਹੈ। ਉਹ ਲੈਅ ਕਿਵੇਂ ਆਉਂਦੀ ਹੈ ਕਿ ਜਿਹੜੇ ਲਾਸਟ ਵਰਡਸ ਹੁੰਦੇ ਨੇ ਉਹ ਇੱਕ ਲੈਅ ਦੇ ਵਿੱਚ ਹੁੰਦੇ ਨੇ, ਤਾਂ ਇਸ ਤਰ੍ਹਾਂ ਉਹ ਰਾਈਮਿੰਗ ਬਣਦੀ ਹੈ। ਤਾਂ ਅੱਗੇ ਇਹਨਾਂ ਦੀ ਫਰਦਰ ਕਲਾਸੀਫਿਕੇਸ਼ਨ ਆ ਜਾਂਦੀ ਹੈ ਕਿ ਉਹ ਰਾਈਮਿੰਗ ਕਿਸ ਤਰ੍ਹਾਂ ਬਣ ਰਹੀ ਹੈ। ਤੁਸੀਂ ਉਹ A B ਵਾਲਾ ਕਨਸੈਪਟ ਦੇਖਿਆ ਹੋਣਾ, ਤਾਂ ਉਹ ਅਲੱਗ ਤੌਰ 'ਤੇ ਚੀਜ਼ ਹੈ, ਕਦੇ ਆਪਾਂ ਫਿਰ ਉਹਨੂੰ ਡਿਸਕਸ ਕਰਾਂਗੇ। ਫਿਲਹਾਲ ਆਪਾਂ ਸਿਰਫ ਇੰਨਾ ਹੀ ਦੱਸਦੇ ਹਾਂ ਕਿ ਆਪਾਂ ਇਹਨਾਂ ਦੇ ਜੋੜੇ ਲੱਭਣੇ ਆ ਜਿਹੜੇ ਜਿਹੜੇ ਆਪਸ 'ਚ ਇੱਕ ਸੁਰ ਨੇ। ਤਾਂ ਦੂਸਰਾ ਦੇਖੋ ਤੁਸੀਂ ਸਾਡੇ ਕੋਲੇ ਥਰਡ ਤੇ ਫੋਰਥ ਲਾਈਨ 'ਚ ਆਇਆ ਹੈ ਨੈਵਰ ਨੈਵਰ ਲੈਟ ਯੂਅਰ ਟੈਲੀਵਿਜ਼ਨ ਸੈੱਟ। ਤਾਂ ਜਿਹੜਾ ਲੈਟ ਐਂਡ ਸੈੱਟ ਹੋ ਗਿਆ ਇਹ ਦੂਜਾ ਸਾਡਾ ਜੋੜਾ ਹੋ ਗਿਆ ਜੀ, ਪੈਰ ਹੋ ਗਿਆ। ਇੰਸਟਾਲ ਜਿਹੜਾ ਹੈ ਸਾਨੂੰ ਆਲਰੇਡੀ ਦਿੱਤਾ ਹੋਇਆ, ਤਾਂ ਅਸੀਂ ਇਸ ਨੂੰ ਨਹੀਂ ਲੈਂਦੇ ਕਿਉਂਕਿ ਸਾਨੂੰ ਕੁਐਸਚਨ ਦੇ ਵਿੱਚ ਇਹਦੀ ਐਗਜ਼ਾਮਪਲ ਦਿੱਤੀ ਹੈ। ਆਪਾਂ ਅੱਗੇ ਚੱਲਦੇ ਹਾਂ। ਇਨ ਆਲਮੋਸਟ ਐਵਰੀ ਹਾਊਸ ਵੀ ਹੈਵ ਬੀਨ we have watched them gaping at the screen। ਤਾਂ ਬੀਨ ਐਂਡ ਸਕਰੀਨ ਇਹ ਸਾਡਾ ਕਿਹੜਾ ਹੋ ਗਿਆ ਜੀ, ਤੀਸਰਾ। ਤਾਂ ਤੁਸੀਂ ਇਹ ਤੀਸਰਾ ਲਿਖ ਸਕਦੇ ਹੋ ਕਿ ਸਾਡਾ ਤੀਸਰਾ ਪੈਰ ਹੋ ਗਿਆ, ਤੀਸਰਾ। ਅੱਗੇ ਚੱਲੀਏ ਜੀ, ਤਾਂ ਅਗਲੀਆਂ ਲਾਈਨਾਂ ਦੇ ਵਿੱਚ ਅਸੀਂ ਆਪਣਾ ਚੌਥਾ ਪੈਰ ਦੇਖਦੇ ਹਾਂ ਜੀ। ਦੇ ਲੋਲ ਐਂਡ ਸਲੋਪ ਐਂਡ ਲਾਉਂਜ ਅਬਾਊਟ ਐਂਡ ਸਟੇਅਰ ਅੰਟਿਲ देयर ਆਈਜ਼ ਪੌਪ ਆਊਟ। ਤਾਂ ਅਬਾਊਟ ਤੇ ਆਊਟ ਦੇਖੋ ਦੋਨੇ ਇੱਕ ਸੁਰ 'ਚ ਨੇ, ਤਾਂ ਇਹ ਸਾਡਾ ਫੋਰਥ ਪੈਰ ਹੋ ਗਿਆ, ਫੋਰਥ ਪੈਰ। ਉਸ ਤੋਂ ਬਾਅਦ ਇਹ ਬ੍ਰੈਕਟ ਦੇ ਵਿੱਚ ਲਾਈਨਸ ਹੈ, ਅਸੀਂ ਇਹਨਾਂ ਨੂੰ ਛੱਡ ਦਿੰਦੇ ਹਾਂ। ਫਿਰ ਅੱਗੇ ਚੱਲੀਏ। ਦੇ ਸਿਟ ਐਂਡ ਸਟੇਅਰ ਐਂਡ ਸਿਟ until they are hypnotized by it। sit and it ਸਾਡਾ ਪੰਜਵਾਂ ਪਿਆਰ ਹੋ ਗਿਆ। until they are absolutely drunk with all that shocking ghastly junk। टीवी इन्होंने घासली जंक किया, drunk and junk सिक्स्थ पैर हो गया। आगे आ जाओ। oh yes we know it keeps them still they don't climb out the window sill। still and sill सतवां पैर हो गया। then
they never fight or kick or punch, then they leave you free to cook the lunch। ਇਹ ਸਾਡਾ 8ਵਾਂ ਪੈ ਹੋ ਗਿਆ। ਅੱਗੇ ਚੱਲੀਏ। and wash the dishes in the sink, but did you ever stop to think। ਇਹ ਸਾਡਾ 9ਵਾਂ ਪੈ ਹੋ ਗਿਆ। ਤੇ ਉਸ ਤੋਂ ਬਾਅਦ ਆਪਾਂ ਲੈ ਲੈਂਦੇ ਆ it rots the sense in the head, it kills imagination dead। head dead ਹੋ ਗਿਆ, head dead ਸਾਡਾ 10ਵਾਂ ਪੈ ਹੋ ਗਿਆ। ਤਾਂ ਇਸ ਤਰ੍ਹਾਂ ਅਸੀਂ ਬੇਟਾ 10 ਨਹੀਂ ਕਿੰਨੇ ਸਾਰੇ, ਬਿਕੋਜ਼ ਇਹ ਪੋਇਮ ਬਹੁਤ ਲੰਬੀ ਪੋਇਮ ਹੈ, ਤਾਂ ਤੁਸੀਂ ਘੱਟੋ ਘੱਟ 10-15 ਹੋਰ ਐਸੇ ਪੈਜ ਲੱਭ ਸਕਦੇ ਹੋ। ਤਾਂ ਇਸ ਦੇ ਨਾਲ ਅਸੀਂ ਇਹ 10 ਪੈਜ ਲੱਭ ਲਏ। ਤੁਸੀਂ ਆਪਣੀਆਂ ਫੈਨ ਨੋਟਬੁੱਕਸ ਤੇ ਇਹਨਾਂ ਨੂੰ ਸਹੀ ਤਰੀਕੇ ਨਾਲ ਪਾ ਲੈਣਾ ਤੇ ਮੈਨੂੰ ਉਸ ਦੀਆਂ ਪਿਕਸ ਜ਼ਰੂਰ ਭੇਜ ਦਿਓ। ਬੱਚੇ ਹੁਣ ਅਸੀਂ ਆਪਣੀ ਇਸ ਪੋਇਮ ਦੀ ਲਾਸਟ ਐਕਸਰਸਾਈਜ਼ ਕਰ ਰਹੇ ਹਾਂ। ਇਹ ਇੱਕ ਸਟੈਂਜ਼ਾ ਲਿਆ ਹੋਇਆ ਹੈ ਪੋਇਮ ਦਾ, ਕੁਝ ਲਾਈਨਸ ਲਈਆਂ ਹੋਈਆਂ ਤੇ ਉਸ ਦੇ ਨਾਲ ਰਿਲੇਟਡ ਕੁਐਸਚਨਸ ਨੇ। ਇਸ ਤਰ੍ਹਾਂ ਦਾ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਜ਼ਰੂਰ ਆਉਂਦਾ, ਤਾਂ ਇਸ ਨੂੰ ਜ਼ਰਾ ਧਿਆਨ ਨਾਲ ਕਰਨਾ। ਤਾਂ ਸਭ ਤੋਂ ਪਹਿਲਾਂ ਸਾਨੂੰ ਕੁਝ ਲਾਈਨਸ ਪੋਇਮ ਦੀਆਂ ਦਿੱਤੀਆਂ ਹੋਈਆਂ ਟੈਲੀਵਿਜ਼ਨ ਦੀਆਂ। fear not because we promise you that in about a week or two of having nothing else to do they will now begin to feel the need of having something to read। ਤਾਂ ਇੱਕ ਵਾਰੀ ਫੇਰ ਬੱਚਿਓ, ਜੇ ਤੁਸੀਂ ਇਸ ਪੋਇਮ ਨੂੰ ਪੂਰੀ ਤਰ੍ਹਾਂ ਸਮਝਣਾ ਚਾਹੁੰਦੇ ਹੋ, ਇਸ ਦੀ ਕੰਪਲੀਟ ਪੈਰਾਫਰੇਜ਼ ਤੇ ਐਕਸਪਲੇਨੇਸ਼ਨ ਚਾਹੁੰਦੇ ਹੋ ਕਿ ਤੁਹਾਨੂੰ ਸਮਝ ਆ ਜਾਵੇ, ਤਾਂ ਤੁਸੀਂ ਮੇਰੇ ਪਿਛਲੇ ਲੈਕਚਰ ਤੇ ਜਿਸ ਦਾ ਲਿੰਕ ਉੱਪਰ ਦਿੱਤਾ ਹੋਇਆ ਉਸ ਤੇ ਜਾ ਕੇ ਤੁਸੀਂ ਇਸ ਨੂੰ ਸਮਝ ਸਕਦੇ ਹੋ। ਤਾਂ ਪਹਿਲੇ ਕੁਐਸਚਨ ਨੂੰ ਦੇਖਦੇ ਹਾਂ ਕਿ what is the fear the poet is talking about। ਤਾਂ ਤੁਹਾਨੂੰ ਪਤਾ ਹੈ ਕਿ ਬੱਚਿਓ ਕਿ ਪੋਇਟ ਨੇ ਪਹਿਲੀ ਲਾਈਨ ਦੇ ਵਿੱਚ ਕਿਹਾ ਕਿ ਨਾ ਡਰੋ। ਕਿਹਨੂੰ ਕਿਹਾ ਉਸਨੇ? ਕਿ ਉਸਨੇ ਪੇਰੈਂਟਸ ਨੂੰ ਕਿਹਾ ਕਿ ਤੁਸੀਂ ਨਾ ਡਰੋ। ਵੀ ਸ਼ਾਇਦ ਤੁਹਾਨੂੰ ਲੱਗੇ ਕਿ ਜਦੋਂ ਤੁਸੀਂ ਟੈਲੀਵਿਜ਼ਨ ਨੂੰ ਆਪਣੇ ਘਰ ਚੋਂ ਬਾਹਰ ਕੱਢੋਗੇ ਤਾਂ ਸ਼ਾਇਦ ਤੁਹਾਨੂੰ ਡਰ ਲੱਗੇ ਕਿ ਬੱਚੇ ਪਤਾ ਨਹੀਂ ਤੁਹਾਨੂੰ ਕੀ ਕਰਨਗੇ, ਗਾਲਾਂ ਕੱਢਣਗੇ ਜਾਂ ਕੁਝ ਤੁਹਾਨੂੰ ਮਾਰਨਗੇ ਕੁੱਟਣਗੇ। ਕੁਝ ਇਹੋ ਜਿਹੀਆਂ ਗੱਲਾਂ ਉਸਨੇ ਪੋਇਮ ਦੇ ਵਿੱਚ ਲਿਖੀਆਂ ਨੇ। ਹਾਲਾਂਕਿ ਆਪਣੇ ਇੰਡੀਆ ਦੇ ਵਿੱਚ ਮੈਂ ਨਹੀਂ ਮੰਨਦਾ ਕਿ ਐਸੀਆਂ ਗੱਲਾਂ ਹੁੰਦੀਆਂ ਨੇ। ਤਾਂ ਉਸ ਫੀਅਰ ਦੀ ਗੱਲ ਕਰ ਰਿਹਾ ਹੈ। ਤਾਂ ਇੱਥੇ ਆਪਾਂ ਇਹਦਾ ਆਨਸਰ ਇਹ ਲਿਖਾਂਗੇ, ਮੈਂ ਇਸ ਦੇ ਉੱਪਰ ਲਿਖ ਦਿੰਦਾ ਕਿ ਇਟ ਇਜ਼ ਦਾ ਫੀਅਰ that children will that the children will cry when the television set is taken away from them। ਤਾਂ ਜਦੋਂ ਉਹਨਾਂ ਕੋਲੋਂ ਟੈਲੀਵਿਜ਼ਨ ਸੈੱਟ ਖੋਹ ਲਿਆ ਜਾਏਗਾ, ਟੇਕਨ ਅਵੇ ਜਦੋਂ ਉਹਨਾਂ ਤੋਂ ਲੈ ਲਿਆ ਜਾਏਗਾ, ਤਾਂ ਉਸ ਟਾਈਮ ਉਹ ਬੱਚੇ ਰੋਣਗੇ। ਇਸ ਫੀਅਰ ਦੀ ਉਹ ਗੱਲ ਕਰ ਰਿਹਾ ਹੈ ਪੋਇਟ, ਜੋ ਮਾਂ-ਬਾਪ ਨੂੰ ਲੱਗੇਗਾ। ਸੈਕਿੰਡ ਹੈ ਜੀ ਕਿ ਵਾਈ ਡੂ ਯੂ ਥਿੰਕ ਦਾ ਚਿਲਡਰਨ ਵਿਲ ਸਟਾਰਟ ਰੀਡਿੰਗ ਬੁੱਕਸ। ਕਿਉਂ ਪੜ੍ਹਨੀਆਂ ਬੁੱਕ ਸਟਾਰਟ ਕਰ ਦੇਣਗੇ ਜਦੋਂ ਟੀਵੀ ਉਹਨਾਂ ਦੇ ਘਰੇ ਨਹੀਂ ਹੋਏਗਾ? ਬਿਕੋਜ਼ ਉਹਨਾਂ ਕੋਲੇ ਕੋਈ ਹੋਰ ਚਾਰਾ ਹੀ ਨਹੀਂ ਆਪਣੀ ਇੰਟਰਟੇਨਮੈਂਟ ਕਰਨ ਲਈ। ਹੁਣ ਟੀਵੀ ਦੀ ਥਾਂ ਤੇ ਆਪਾਂ ਨੇ ਉੱਥੇ ਬੁੱਕਸ ਰੱਖਤੀਆਂ, ਚੰਗੀਆਂ ਬੁੱਕਸ ਰੱਖਦੀਆਂ, ਤਾਂ ਬੱਚੇ ਦਾ ਮਨ ਕਰੂਗਾ ਕਦੇ ਨਾ ਕਦੇ ਵੀ ਯਾਰ ਮੈਂ ਚੱਲ ਪੜ੍ਹ ਕੇ ਦੇਖ ਲਾਂ ਬੁੱਕ, ਹੁਣ ਹੋਰ ਤਾਂ ਕੁਝ ਕਰਨ ਨੂੰ ਹੈ ਨਹੀਂ। ਤਾਂ ਇਹਦਾ ਆਨਸਰ ਹੈ ਦੇ ਵਿਲ ਸਟਾਰਟ ਰੀਡਿੰਗ ਬੁੱਕਸ because they will have nothing else to do। ऊपर लिखता मैं थोड़ा जा, ਤਾਂ ਉਹ ਬੁੱਕਸ ਨੂੰ ਪੜ੍ਹਨੀਆਂ ਸਟਾਰਟ ਕਰ ਦੇਣਗੇ ਬਿਕੋਜ਼ ਉਹਨਾਂ ਕੋਲੇ ਕੁਝ ਵੀ ਕਰਨ ਨੂੰ ਨਹੀਂ ਹੋਏਗਾ। ਨਥਿੰਗ ਐਲਸ ਦਾ ਮਤਲਬ ਕੁਝ ਵੀ ਨਹੀਂ ਹੋਏਗਾ ਕਰਨ ਨੂੰ, ਤਾਂ ਬੁੱਕਸ ਪੜ੍ਹਨੀਆਂ ਸ਼ੁਰੂ ਕਰ ਦੇਣਗੇ। ਲਾਸਟ ਕੁਐਸਚਨ ਹੈ ਜੀ ਕਿ what does the word need convey in these lines। ਦਾ ਜਿਹੜਾ ਵਰਡ ਨੀਡ ਆਇਆ ਹੈ ਆ ਵਾਲਾ, they will now begin to feel the need, ਆ ਜਿਹੜਾ ਨੀਡ ਵਰਡ ਆਇਆ ਹੈ ਤਾਂ ਉਸਦਾ ਮਤਲਬ ਕੀ ਹੈ? ਉਹ ਕਿਹੜਾ ਮੈਸੇਜ ਦਿੰਦਾ ਹੈ? ਕਨਵੇ ਉਹ ਕੀ ਚੀਜ਼ ਸਾਨੂੰ ਦੱਸਦਾ ਹੈ ਇਹਨਾਂ ਲਾਈਨਸ ਦੇ ਵਿੱਚ? ਬਿਕੋਜ਼ ਉਹਨਾਂ ਨੂੰ ਲੱਗੇਗਾ ਕਿ ਸਾਡੇ ਕੋਲੇ ਕੁਝ ਤਾਂ ਹੋਵੇ ਨਾ ਕਰਨ ਲਈ। ਵਟ ਡਜ਼ ਅ ਵਰਡ ਨੀਡ? ਜਦੋਂ ਉਹਨਾਂ ਕੋਲੇ ਹੁਣ ਟੀਵੀ ਹੈ ਨਹੀਂ ਤਾਂ ਉਹਨਾਂ ਨੂੰ ਕੁਝ ਤਾਂ ਕਰਨ ਲਈ ਜ਼ਰੂਰਤ ਹੈ ਨਾ ਕਿਸੇ ਚੀਜ਼ ਦੀ। ਤਾਂ ਉਹ ਕਰਨ ਲਈ ਕੀ ਜ਼ਰੂਰਤ ਹੈ ਕਿ ਉਹ ਬੁੱਕਸ ਪੜ੍ਹਨਗੇ। ਤਾਂ ਉਸ ਦੇ ਬਾਰੇ ਦਾ ਆਨਸਰ ਹੈ ਜੀ, ਇਹਦਾ ਮੈਂ ਆਨਸਰ ਲਿਖ ਦਿੰਦਾ
The word need, ਆਪਾਂ ਇਹਨੂੰ ਕੋਟ ਚ ਪਾ ਲੈਂਦੇ ਹਾਂ ਨੀਡ ਨੂੰ। The word need conveys ਦਾ ਮਤਲਬ ਸੁਨੇਹਾ ਦੇਣਾ, conveys the necessity of having something to do। ਇਹਦਾ ਮਤਲਬ ਕੀ ਹੋਇਆ ਕਿ ਜਿਹੜਾ ਨੀਡ ਹੈ ਉਹ ਸਾਨੂੰ ਇਹ ਦੱਸੇਗਾ, ਇਹ ਸੁਨੇਹਾ ਦੇ ਰਿਹਾ ਹੈ ਇਸ ਲਾਈਨ ਦੇ ਵਿੱਚ ਕਿ ਕੁਝ ਤਾਂ ਹੋਵੇ, necessity of having something to do, something ਕੁਝ ਕਰਨ ਲਈ, something to do ਕੁਝ ਤਾਂ ਹੋਵੇ, ਉਹਦੀ ਜ਼ਰੂਰਤ necessity ਹੋਵੇ, ਤਾਂ ਇਹ ਸਾਨੂੰ ਨੀਡ ਇਸ ਦਾ ਆਨਸਰ ਦੇ ਰਿਹਾ ਹੈ। ਤਾਂ ਇਸ ਦੇ ਨਾਲ ਬੱਚਿਓ ਸਾਡੀ ਪੂਰੀ ਪੋਇਮ ਦੀਆਂ ਜਿਹੜੀਆਂ ਸਾਰੀਆਂ ਚਾਰੇ ਦੀ ਚਾਰੀਆਂ ਐਕਸਰਸਾਈਜ਼ਸ ਕੰਪਲੀਟ ਹੁੰਦੀਆਂ ਨੇ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਾਰੀਆਂ ਐਕਸਰਸਾਈਜ਼ਸ ਸਮਝ ਆ ਗਈਆਂ ਹੋਣਗੀਆਂ। ਫਿਰ ਵੀ ਤੁਹਾਨੂੰ ਕੋਈ ਦਿੱਕਤ ਹੁੰਦੀ ਹੈ ਤਾਂ ਤੁਸੀਂ ਮੇਰੇ ਨਾਲ WhatsApp ਤੇ ਕੰਟੈਕਟ ਕਰ ਸਕਦੇ ਹੋ, ਤੇ ਇਹ ਐਕਸਰਸਾਈਜ਼ਸ ਨੂੰ ਤੁਸੀਂ ਸਾਰੀਆਂ ਨੂੰ ਆਪਣੀਆਂ ਫੇਅਰ ਨੋਟਬੁੱਕਸ ਤੇ ਬਹੁਤ ਹੀ ਵਧੀਆ ਹੈਂਡਰਾਈਟਿੰਗ ਦੇ ਵਿੱਚ ਕਰ ਲੈਣਾ ਹੈ ਤੇ ਉਸ ਦੀਆਂ ਪਿਕਸ ਮੈਨੂੰ ਜ਼ਰੂਰ ਭੇਜ ਦੇਣੀਆਂ। ਧੰਨਵਾਦ।